ਲੁਧਿਆਣਾ ਦੇ ਨੇੜਲੇ ਪਿੰਡ ਸਰਗੁੰਦੀ ਦਾ 24 ਸਾਲਾ ਨੌਜਵਾਨ ਗਗਨਦੀਪ ਸਿੰਘ ਅੱਜ ਤੋਂ 8 ਮਹੀਨੇ ਪਹਿਲਾਂ ਆਪਣਾ ਪਿੰਡ ਛੱਡ ਕੇ ਦੁਬਈ ਚਲਾ ਜਾਂਦਾ ਹੈ। ਦੁਬਈ ਜਾਣ ਦੇ ਪਿੱਛੇ ਗਗਨਦੀਪ ਦਾ ਕਾਰਨ ਜਿਹੜਾ ਸੀ ਉਹ ਪਰਿਵਾਰ ਦੀ ਗਰੀਬੀ ਦੂਰ ਕਰਨਾ, ਦੁਬਈ ਜਾ ਕੇ ਚੰਗੀ ਕਮਾਈ ਕਰਕੇ ਪਰਿਵਾਰ ਨੂੰ ਪੈਸੇ ਭੇਜਣਾ ਤਾਂ ਕਿ ਪਰਿਵਾਰ ਦੀ ਆਰਥਿਕ ਹਾਲਤ ਸੁਧਰ ਸਕੇ। ਆਖਰੀ ਵਾਰ ਗਗਨਦੀਪ ਦੀ ਆਪਣੇ ਪਰਿਵਾਰ ਦੇ ਨਾਲ 15 ਅਗਸਤ ਨੂੰ ਗੱਲ ਹੁੰਦੀ ਹੈ, ਜਿੱਥੇ ਗਗਨਦੀਪ ਜ਼ਿਕਰ ਕਰਦਾ ਹੈ ਕਿ ਦੁਬਈ ਰਹਿੰਦੀ ਉਹ ਆਪਣੀ ਭੈਣ ਦੇ ਕੋਲ ਰੱਖੜੀ ਬਣਵਾਉਣ ਜਾ ਰਿਹਾ, ਪਰ ਨਾ ਤਾਂ ਗਗਨਦੀਪ ਆਪਣੀ ਭੈਣ ਕੋਲ ਪਹੁੰਚਦਾ ਹੈ ਅਤੇ ਨਾ ਹੀ 15 ਅਗਸਤ ਤੋਂ ਬਾਅਦ ਗਗਨਦੀਪ ਦੀ ਪਰਿਵਾਰ ਦੇ ਕਿਸੇ ਵੀ ਜੀਅ ਨਾਲ ਗੱਲ ਹੁੰਦੀ ਹੈ। ਤੇ ਪਿਛਲੇ ਦਿਨੀ ਪਰਿਵਾਰ ਨੂੰ ਇਹ ਖਬਰ ਮਿਲਦੀ ਹੈ ਕਿ ਗਗਨਦੀਪ ਭੇਤ ਭਰੇ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦਾ ਜਿਹੜਾ ਸਰੀਰ ਹੈ, ਉਹ ਕੰਕਾਲ ਜਿਹੜੇ ਨੇ ਉਹ ਰੇਤ ਦੇ ਵਿੱਚ ਮਿਲਦੇ ਨੇ। ਜਿਸ ਤੋਂ ਬਾਅਦ ਇਸ ਵੇਲੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਗਗਨਦੀਪ ਨੂੰ ਲੱਭਣ ਦੇ ਲਈ ਉਸ ਦਾ ਜੁੜਵਾ ਭਰਾ ਪਵਨਦੀਪ ਕੁਝ ਸਮੇਂ ਦੇ ਲਈ ਦੁਬਈ ਜਾਂਦਾ ਹੈ ਤਾਂ ਕਿ ਉਹ ਗਗਨਦੀਪ ਦੀ ਭਾਲ ਕਰ ਸਕੇ, ਪਰ ਖਾਲੀ ਹੱਥ ਪਿੰਡ ਵਾਪਸ ਮੁੜ ਆਉਂਦਾ ਹੈ। ਲਗਾਤਾਰ ਜਦੋਂ ਗਗਨ ਨਾਲ ਸੰਪਰਕ ਨਹੀਂ ਹੁੰਦਾ ਤਾਂ ਪਰਿਵਾਰ ਡਰ ਜਾਂਦਾ ਹੈ। ਪਰਿਵਾਰ ਪ੍ਰਸ਼ਾਸਨ ਨੂੰ ਦਰਖਾਸਤ ਕਰਦਾ ਹੈ ਕਿ ਉਹਨਾਂ ਦੇ ਪੁੱਤਰ ਦੀ ਭਾਲ ਕੀਤੀ ਜਾਵੇ, ਪਰ ਉਸ ਦੀ ਮੌਤ ਦੀ ਖਬਰ ਮਿਲਣ 'ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਹਾਂ, ਜਾਣ ਲੈਂਦੇ ਹਾਂ ਕਿ ਗਗਨਦੀਪ ਨਾਲ ਆਖਰੀ ਵਾਰ ਗੱਲ ਕਦੋਂ ਹੁੰਦੀ ਹੈ ਤੇ ਕੀ ਗੱਲ ਹੁੰਦੀ ਹੈ। ਤੁਸੀਂ ਗਗਨਦੀਪ ਦੇ ਜੁੜਵਾ ਭਰਾ ਹੋ, ਤੁਸੀਂ ਦੁਬਈ ਗਏ ਸੀ ਜਦੋਂ ਗਗਨਦੀਪ ਲਾਪਤਾ ਰਿਹਾ, ਕਾਫੀ ਦੇਰ ਤੁਹਾਡੇ ਨਾਲ ਕੰਟੈਕਟ ਨਹੀਂ ਹੋਇਆ। ਮੈਂ ਮੈਮ ਗਿਆ ਸੀਗਾ 27 ਸਤੰਬਰ ਨੂੰ ਗਿਆ ਸੀਗਾ ਮੈਮ, ਟੂਰਿਸਟ ਵੀਜ਼ਾ ਲੈ ਕੇ। ਮੈਂ ਬਹੁਤ ਲੱਭਿਆ ਪਰ ਕਿਤੇ ਨਹੀਂ ਮੈਨੂੰ ਮਿਲਿਆ। ਮੈਂ ਬਹੁਤ ਪੁੱਛਿਆ ਨਾਲ ਦਿਆਂ ਨੂੰ ਵੀ, ਕੰਪਨੀ ਦੇ ਮੁੰਡਿਆਂ ਨੂੰ ਪੁੱਛਿਆ, ਪਰ ਉਹਨੇ ਕੁਛ ਨਹੀਂ ਦੱਸਿਆ। ਕਹਿੰਦੇ ਸਾਨੂੰ ਪਤਾ ਨਹੀਂ ਕਿੱਥੇ ਗਿਆ। ਗਗਨ ਦੀ ਸਿਸਟਰ, ਤੁਹਾਡੀ ਸਿਸਟਰ ਜਿਹੜੀ ਹੈ ਦੁਬਈ ਰਹਿੰਦੀ ਸੀਗੀ, ਤੇ ਉਹਦੇ ਨਾਲ ਵੀ ਕੰਟੈਕਟ ਨਹੀਂ ਹੋਇਆ 15 ਅਗਸਤ ਤੋਂ ਬਾਅਦ? ਕਿਸੇ ਨਾਲ ਕੰਟੈਕਟ ਨਹੀਂ ਹੋਇਆ? ਕੰਟੈਕਟ ਪਹਿਲਾਂ ਕਹਿੰਦਾ ਦੀਦੀ ਮੈਂ ਰੱਖੜੀ ਬਣਾਉਣ ਆਉਣਾ ਆ, ਅਤੇ ਕਾਫੀ ਸਮਾਨ ਤਾਂ ਕਹਿੰਦਾ ਦੀਦੀ ਮੈਂ ਦੇ ਕੇ ਜਾਊਂਗਾ। ਉਸ ਪਹਿਲਾਂ 15 ਅਗਸਤ ਨੂੰ ਫ਼ੋਨ ਕੀਤਾ, ਕਹਿੰਦਾ ਮੰਮੀ ਮੈਂ ਪੈਸੇ ਪਾ ਦੂੰਗਾ, ਮੈਨੂੰ ਕਹਿੰਦਾ ਆਧਾਰ ਕਾਰਡ ਸੈਂਡ ਕਰ ਦੇ। ਵਟਸਐਪ 'ਤੇ ਮੈਂ ਆਧਾਰ ਕਾਰਡ ਵੀ ਸੈਂਡ ਕਰਤਾ। ਅਤੇ ਮੰਮੀ ਨੂੰ ਕਹਿੰਦੀ ਸੀ, ਮੰਮੀ ਕਹਿੰਦੀ ਪੁੱਤ ਤੈਨੂੰ ਯਾਦ ਨਹੀਂ ਹੋਇਆ? ਕਹਿੰਦਾ ਮੰਮੀ ਮੈਂ ਕੰਮ ਵਿੱਚ ਬਹੁਤ ਬਿਜ਼ੀ ਹੁੰਦਾ ਆ, ਇਸ ਲਈ ਦੋ ਦਿਨ ਫ਼ੋਨ ਨਹੀਂ ਕੀਤਾ। ਫਿਰ ਬਾਅਦ ਵਿੱਚ ਮੈਂ ਦੇਖਿਆ, ਮੈਂ ਦੂਜੇ ਦਿਨ ਫਿਰ ਉਹਨੇ ਸੀਨ ਨਹੀਂ ਕੀਤਾ ਹੈਗਾ ਵਟਸਐਪ 'ਤੇ, ਕੁਛ ਨਾ ਔਨਲਾਈਨ ਹੋਇਆ। ਉਸ ਤੋਂ ਦਿਨ ਤੋਂ ਬਾਅਦ ਮੁੜ ਕੇ ਨਾ ਸਾਡਾ ਕੰਟੈਕਟ ਹੋਇਆ ਕਿ ਚੱਲ ਕੰਮ ਵਿੱਚ ਬਿਜ਼ੀ ਹੋਊਗਾ, 10 ਦਿਨਾਂ ਬਾਅਦ ਫ਼ੋਨ ਨਹੀਂ ਕੀਤਾ। ਫਿਰ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਨੇ ਕੰਪਨੀ ਨਹੀਂ ਸਹੀ ਸੀ ਕਰਕੇ ਹੈ ਨਾ, ਪੈਸੇ ਕੱਟ ਲੈਂਦੇ ਸੀਗੇ ਉਹਦੇ ਬਿਨਾਂ ਗੱਲ ਤੋਂ। ਕੰਮ 'ਤੇ ਵੀ ਜਾਂਦਾ ਸੀ ਡੇਲੀ, ਫਿਰ ਸੱਟ ਉਹਦੇ 3-4 ਵਾਰੀ ਸੱਟ ਵੀ ਲੱਗੀ, ਕੋਈ ਵੀ ਸੇਫਟੀ ਨਹੀਂ ਦਿੱਤੀ ਉਹਨੂੰ, ਅਤੇ ਛੁੱਟੀ ਵੀ ਨਹੀਂ ਕਰਨ ਦਿੰਦੇ ਸੀਗੇ ਉਹਨੂੰ ਕੰਮ ਤੋਂ। ਹਾਂਜੀ, ਉਹ ਬੇਸਿਕਲੀ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਅਤੇ ਉਹ ਟੈਟੂ ਆਰਟਿਸਟ ਵੀ ਸੀ। ਹਾਂਜੀ, ਟੈਟੂ ਆਪਣੇ ਰੂਮ ਵਿੱਚ ਟੈਟੂ ਆਰਟਿਸਟ ਦਾ ਕੰਮ ਕਰਦਾ ਸੀਗਾ ਜਿੱਦਣ ਛੁੱਟੀ ਹੁੰਦੀ ਜਾਂ ਫਿਰ ਆਪਣੇ ਕੰਮ ਤੋਂ ਬਾਅਦ। ਹਾਂਜੀ, ਪਰ ਕੀ ਲੱਗਦਾ ਹੈ ਕਿ ਜਿਹੜੀ ਕੰਕਾਲ ਮਿਲਿਆ, ਡੈਡ ਬੋਡੀ ਜਲੀ ਹੋਈ ਮਿਲੀ ਹੈ, ਕਿਉਂ ਇੱਦਾਂ ਲੱਗਦਾ ਹੈ ਕਿ ਕੀ ਹਾਲਾਤ ਬਣੇ ਹੋਣੇ ਹੈ, ਅਜਿਹਾ ਕਿਉਂ ਹੋਇਆ? ਪਤਾ ਨਹੀਂ, ਸ਼ਾਇਦ ਕਿਸੇ ਨੇ ਉਹਦੇ ਕੋਲ ਪੈਸੇ ਪੂਸੇ ਦੀ ਟੈਟੂ ਬਣਾਉਂਦਾ ਹੁੰਦਾ ਸੀਗਾ, ਕਿਉਂਕਿ ਤੁਹਾਨੂੰ ਪਤਾ ਉੱਥੇ ਪੈਸਾ ਬਹੁਤ ਹੈ ਟੈਟੂ ਵਿੱਚ। ਸ਼ਾਇਦ ਪੈਸਿਆਂ ਕਰਕੇ ਉਹਨੂੰ ਕਿਸੇ ਨੇ ਮਾਰਤਾ, ਕਿਉਂਕਿ ਫ਼ੋਨ ਵੀ ਉਹਦੀ ਜੇਬ ਵਿੱਚ ਸੀ ਜਦੋਂ ਬੋਡੀ ਉਹਦੀ ਮਿਲੀ, ਕੰਕਾਲ ਮਿਲਿਆ। ਅਤੇ ਫਿਰ ਪੈਸੇ ਵੀ ਕੁਆਇਨ ਸੀਗੇ ਵਿੱਚ। ਫ਼ੋਨ ਵਿੱਚ ਜਿਹੜਾ ਲਾਸਟ ਕਾਲ ਸੀ ਕੀਤੀ ਉਹ ਮੈਨੂੰ ਕੀਤੀ ਸੀਗੀ। ਫਿਰ ਉਸ ਤੋਂ ਉਹਨਾਂ ਨੇ ਮੈਨੂੰ 28 ਅਕਤੂਬਰ ਨੂੰ ਫ਼ੋਨ ਕੀਤਾ, 23 ਨੂੰ ਮੈਂ ਵਾਪਸ ਆਇਆ ਸੀਗਾ। 28 ਨੇ ਮੈਨੂੰ ਫ਼ੋਨ ਕੀਤਾ, ਮੈਨੂੰ ਕਹਿੰਦਾ ਗਗਨਦੀਪ ਕੌਣ ਆ? ਮੈਂ ਕਿਹਾ ਸਰ ਮੇਰਾ ਬ੍ਰਦਰ ਆ। ਪਹਿਲਾਂ ਉਹਨੇ ਅਰਬੀ ਵਿੱਚ ਗੱਲ ਕੀਤੀ, ਮੈਂ ਕਿਹਾ ਸਰ ਚੇਂਜ ਦੀ ਲੈਂਗੁਏਜ। ਫਿਰ ਉਹਨੇ ਉੱਥੇ ਆਪਣੇ ਕੇਰਲਾ ਦਾ ਬੰਦਾ ਸੀ, ਉਹਨਾਂ ਗੱਲ ਕੀਤੀ ਮੇਰੇ ਨਾਲ। ਫਿਰ ਮੈਂ ਦੱਸਿਆ, ਮੈਂ ਕਿਹਾ ਸਰ ਮੇਰਾ ਬ੍ਰਦਰ ਆ। ਅਤੇ ਉਹ ਕਹਿੰਦੇ ਤੁਸੀਂ ਵੀ ਇਸ ਟਾਈਮ ਕਿੱਥੇ ਆ? ਮੈਂ ਕਿਹਾ ਸਰ ਮੈਂ ਇੰਡੀਆ ਆਇਆ, ਮੈਂ 23 ਅਕਤੂਬਰ ਨੂੰ ਵਾਪਸ ਗਿਆ ਆ ਦੁਬਈ ਤੋਂ। ਅਤੇ ਕਹਿੰਦੇ ਪਾਸਪੋਰਟ ਕਾਪੀ ਅਤੇ ID ਅਤੇ ਇੱਕ ਫੋਟੋ ਸੈਂਡ ਕਰ ਦਿਓ ਉਹਦੀ। ਮੈਂ ਪੁੱਛਿਆ ਸਰ ਪਲੀਜ਼ ਦੱਸੋ ਮੈਨੂੰ ਕੌਣ ਆ ਤੁਸੀਂ? ਅਤੇ ਉਹਨੇ ਕੁਛ ਨਹੀਂ ਦੱਸਿਆ। ਮੈਂ ਕਿੰਨੇ ਦਿਨ ਮੈਸੇਜ ਕਰਦਾ ਰਿਹਾ, ਉਹਨੇ ਦੱਸਿਆ ਨਹੀਂ। ਫਿਰ ਮੈਂ ਉਸੇ ਦਿਨ ਉਸੇ ਟਾਈਮ ਆਪਣੀ, ਜਦੋਂ ਉਹਨਾਂ ਦੀ ਕਾਲ ਕੱਟੀ ਅਤੇ ਉਸੇ ਟਾਈਮ ਮੈਂ ਆਪਣੀ ਭੈਣ ਨੂੰ ਫ਼ੋਨ ਕੀਤਾ, ਪਾਸ ਵਿੱਚ ਮੇਰੀ ਭੈਣ। ਅਤੇ ਉਹਨਾਂ ਨੂੰ ਦੱਸਿਆ, ਮੈਂ ਕਿਹਾ ਦੀਦੀ ਇੱਦਾਂ ਦਾ ਕਰਕੇ CID ਦਾ ਫ਼ੋਨ ਆਇਆ ਸੀ ਬਾਹਰੋਂ, ਗਗਨ ਬਾਰੇ ਪੁੱਛਦੇ ਸੀਗੇ। ਦੀਦੀ ਕਹਿੰਦੀ ਤੂੰ ਕਾਹਦੇ ਸੈਂਡ ਕਰ ਦਿੱਤੀ ਉਹਦੀ ਆਪਣੀ ਪਾਸਪੋਰਟ ਕਾਪੀ, ਕੀ ਪਤਾ ਕੌਣ ਆ, ਫੇਕ ਆ। ਅਤੇ ਫਿਰ ਮੇਰੀ ਸਿਸਟਰ ਨੇ ਆਪਣੇ SHO ਸਰ ਨੂੰ ਵੀ ਗੱਲ ਕੀਤੀ। ਫਿਰ ਉਹਨੇ ਪਤਾ ਨਹੀਂ ਕਿਹਾ ਵੀ ਸ਼ਾਇਦ ਉਹ ਕਹਿੰਦੇ ਨਹੀਂ, ਉਹ ਕਹਿੰਦੇ ਸੀਗੇ ਵੀ ਸਾਡੇ ਕੋਲ ਇੱਕ ਡੈੱਡ ਬੋਡੀ ਪਈ ਆ, ਵੀ ਤੁਸੀਂ ਦੇਖ ਲਓ ਆ ਕੇ। ਅਤੇ ਮੇਰੀ ਸਿਸਟਰ ਕਹਿੰਦੇ ਸ਼ਾਇਦ ਕਿ ਉੱਦਾਂ ਹੀ ਪਰੇਸ਼ਾਨ ਕਰਦਾ ਆ ਕੋਈ, ਕਿਉਂਕਿ ਨਾਲ ਦੇ ਮੁੰਡੇ ਸੀ ਨਾ ਜਿਹੜੇ ਕੈਂਪਸ ਵਾਲੇ, ਉਹ ਵੀ ਮੇਰੀ ਭੈਣ ਨੂੰ ਫ਼ੋਨ ਕਰਕੇ ਤੰਗ ਕਰਦੇ ਹੁੰਦੇ ਸੀਗੇ ਜਿਹੜੇ ਬਾਹਰ ਸੀਗੇ। ਹਾਂਜੀ,
ਤੇ ਕੀ ਫਿਰ ਤੰਗ ਕਰਦੇ ਹੁੰਦੇ ਸੀ ਫੋਨ ਕਰਕੇ? ਕਹਿੰਦੇ ਹੁੰਦੇ ਸੀ ਮੇਰੇ ਨਾਲ ਗੱਲ ਕਰ ਲੈ, ਇੱਦਾਂ ਉੱਦਾਂ। ਗਗਨ ਦੇ ਨਾਲ ਜਿਹੜੇ ਮੁੰਡੇ ਹਾਂਜੀ ਗਏ ਨਾਲ ਸੀ? ਸੀਗੇ, ਤੇ ਉਹ ਨਾਲ ਦੇ ਮੁੰਡੇ ਵੀ ਸਹੀ ਨਹੀਂ ਸੀਗੇ, ਇਸ ਕਰਕੇ ਉਹਨੇ ਕੰਪਨੀ ਛੱਡ ਦਿੱਤੀ ਸੀਗੀ। ਕੋਈ ਰੰਜਿਸ਼ ਉਹਨਾਂ ਨਾਲ ਮੁੰਡਿਆਂ ਨਾਲ ਹੋਏਗੀ? ਕੋਈ ਸ਼ੱਕ ਹੈਗਾ ਮੁੰਡਿਆਂ ਤੇ ਤੁਹਾਨੂੰ? ਸ਼ੱਕ ਤਾਂ ਹੈਗਾ ਆ, ਬਟ ਹੁਣ ਪਤਾ ਨਹੀਂ, ਕਹਿ ਵੀ ਨਹੀਂ ਸਕਦੇ ਕੁਛ ਤਾਂ। ਜਦੋਂ ਗਗਨ ਨਾਲ ਗੱਲ ਹੁੰਦੀ ਸੀ ਕਦੀ ਦੱਸਦਾ ਸੀ ਕਿਸੇ ਨਾਲ ਦੁਸ਼ਮਣੀ ਜਾਂ ਕਿਸੇ ਨਾਲ ਲਾਗ ਡਾਟ ਜਾਂ ਕਿਸੇ ਨਾਲ ਕੋਈ ਵੈਰ? ਨਹੀਂ, ਇੱਕ ਵਾਰ ਦੱਸਿਆ ਹੀ, ਕਹਿੰਦਾ ਉਹਨੇ ਦੱਸਿਆ ਵੀ ਨਹੀਂ ਸੀ। ਜਿੱਦਾਂ ਮੇਰੇ ਛੋਟਾ ਜੀਜਾ ਜੀ ਬਾਹਰ ਸੀ, ਜਿਹੜੀ ਸਿਸਟਰ ਹੁਣ ਬਾਹਰ ਆ, ਉਹਨਾਂ ਦੇ ਹਸਬੈਂਡ ਸੀਗੇ ਬਾਹਰ, ਉਦੋਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਗਗਨ ਨੂੰ ਨਹੀਂ ਕੁੱਟਿਆ ਆ ਡਰਿੰਕ ਕਰਕੇ। ਕਿਹਨੇ? ਨਾਲ ਦੇ ਮੁੰਡਿਆਂ ਨੇ ਜਿਹੜੇ ਕੈਂਪਸ ਵਿੱਚ ਸੀਗੇ। ਹਾਂਜੀ, ਤੁਹਾਨੂੰ ਹੁਣ ਉਹਨਾਂ ਤੇ ਸ਼ੱਕ ਹੈ ਨਾਲ ਦੇ ਮੁੰਡਿਆਂ ਤੇ? ਉਹਨਾਂ 'ਤੇ ਵੀ ਸ਼ੱਕ ਆ, ਅਤੇ ਬਾਹਰਲਿਆਂ 'ਤੇ ਵੀ। ਜਿਹੜੇ ਮੁੰਡੇ ਨਾਲ ਗਿਆ ਸੀ ਉਹਦਾ ਵੀ ਨਹੀਂ ਕੁਛ ਪਤਾ ਲੱਗਦਾ ਕਿ ਕਿੱਥੇ ਆ ਉਹ। ਹਾਂਜੀ। ਇਸ ਵੇਲੇ ਜਿਸ ਤਰ੍ਹਾਂ ਮਾਂ-ਬਾਪ ਨੂੰ ਸੁਨੇਹਾ ਕਿਹਨੇ ਦਿੱਤਾ ਕਿ ਗਗਨ ਸੁਨੇਹਾ ਮੇਰੀ ਸਿਸਟਰ ਉਹਨਾਂ ਨੂੰ ਦੋਨਾਂ ਨੂੰ, ਅਤੇ ਜੀਜਾ ਜੀ ਮੇਰੇ ਦੋਨਾਂ ਨੂੰ। ਉਹਨਾਂ ਨੂੰ ਮਹੀਨੇ ਤੋਂ ਪਤਾ ਸੀਗਾ ਕਿ ਉਹਦੀ ਡੈਥ ਹੋ ਚੁੱਕੀ ਆ। ਮੇਰੀ ਸਿਸਟਰ ਨੇ ਦੋਨਾਂ ਨੇ ਕਿਸੇ ਨੂੰ ਨਹੀਂ ਦੱਸਿਆ। ਫਿਰ ਮੇਰੇ ਤਾਇਆ ਜੀ ਆ ਵੱਡੇ, ਉਹ ਜੋਬ ਕਰਦੇ ਆ ਕਲਕੱਤੇ ਵਿੱਚ, ਟ੍ਰੇਨ ਗਾਰਡ ਆ, ਅਤੇ ਉਹਨਾਂ ਨੂੰ ਦੱਸਿਆ ਸੀ। ਜਿਸ ਦਿਨ ਦੱਸਿਆ ਉਸੇ ਦਿਨ ਆ ਗਏ ਸੀਗੇ। ਉਹਨੇ ਆ ਕੇ ਦੱਸਿਆ। ਮੇਰੀ ਭੈਣ ਦੱਸਣ ਦਾ ਹੌਸਲਾ ਨਹੀਂ ਬਣਦਾ ਸੀਗਾ ਮੰਮੀ ਨੂੰ। ਭੈਣ ਵੀ, ਛੋਟੀ ਭੈਣ ਵੀ ਦੁਬਈ ਰਹਿੰਦੀ ਹੈ ਜਿੱਥੇ ਗਗਨ ਸੀ? ਹਾਂਜੀ, ਮੇਰੇ ਤੋਂ ਵੱਡੇ ਆ ਦੋਨੇ ਭੈਣਾਂ। ਹਾਂਜੀ। ਭੈਣ ਨੂੰ ਨਹੀਂ ਪਤਾ ਲੱਗਿਆ ਦੁਬਈ ਰਹਿ ਕੇ ਵੀ ਕਿ ਗਗਨ ਇੱਥੇ ਮਿਸਿੰਗ ਹੈ, ਗਗਨ ਨਾਲ ਗੱਲ ਨਹੀਂ ਹੋ ਰਹੀ? ਉਹਨਾਂ ਨਾਲ ਕਦੀ ਕੰਟੈਕਟ ਹੀ ਨਹੀਂ ਹੋਇਆ ਸੀ। ਬਹੁਤ ਕੋਸ਼ਿਸ਼ ਕਰਦੇ, ਬਹੁਤ ਪੁੱਛਦੇ ਸੀਗੇ, ਪਰ ਪਤਾ ਨਹੀਂ ਲੱਗਦਾ ਸੀ ਕਿੱਥੇ ਆ। ਫਿਰ ਜਦੋਂ ਮੇਰੀ ਭੈਣ ਨੇ ਰਿਪੋਰਟ ਕੀਤੀ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਕਿ ਫੇਕ ਆ, ਉਹਨੇ ਪਹਿਲਾਂ ਰਿਪੋਰਟ ਕੀਤੀ ਥਾਣੇ ਵਿੱਚ ਜਾ ਕੇ ਉੱਥੇ। ਫਿਰ ਉਹਨੇ ਉਹੀ ਨੰਬਰ 'ਤੇ ਕੰਟੈਕਟ ਕੀਤਾ। ਉਹ ਕਹਿੰਦੇ ਵੀ ਇਹ ਆਉਂਦੇ ਨਹੀਂ ਸੀ, ਕਿੰਨਾ ਟਾਈਮ ਫੋਨ ਕਰਦੇ ਸੀ, ਵੀ ਤਾਂ ਕਰਕੇ ਅਸੀਂ ਕਹਿੰਦੇ ਸੀ। ਫਿਰ ਬਾਅਦ 'ਚ ਉਹਨੇ DNA ਟੈਸਟ ਕੀਤਾ, ਫਿਰ ਪਤਾ ਲੱਗਾ ਕਿ ਮੇਰੇ ਭਰਾ ਦੀ ਹੀ ਲਾਸ਼ ਆ ਉਹ। ਕਿਉਂਕਿ ਉਹ ਕੰਕਾਲ ਬਣ ਗਿਆ ਹੁਣ। ਹਾਂਜੀ। ਕੀ ਆਈਡੀਆ ਦੱਸਿਆ ਉਹਨਾਂ ਨੇ ਕਿੰਨੀ ਦੇਰ ਪਹਿਲੇ ਉਹਦੀ ਮੌਤ ਹੋਈ ਹੈ? ਉਹ ਤਾਂ ਦੱਸਦੇ ਸੀ ਜਿੱਦਾਂ ਕਿ 15 ਨੂੰ ਗੱਲ ਹੋਈ ਸੀ, ਉਹ ਕਹਿੰਦੇ 17-18 ਦੇ ਵਿੱਚ ਹੋ ਗਏ। 4 ਮਹੀਨੇ ਪਤਾ ਹੀ ਨਹੀਂ ਲੱਗਿਆ? ਪਤਾ ਨਹੀਂ, ਕੁਛ ਨਹੀਂ ਪਤਾ ਲੱਗਾ। ਮਤਲਬ 4 ਮਹੀਨੇ ਪਹਿਲੇ ਗਗਨ ਦੀ ਮੌਤ ਹੋਈ ਹੈ ਤੇ 4 ਮਹੀਨੇ ਬਾਅਦ ਇਤਲਾ ਕਰ ਰਹੇ? ਹਾਂਜੀ, ਕੁਛ ਨਹੀਂ ਪਤਾ ਲੱਗਾ। ਜਦੋਂ ਤੁਸੀਂ ਦੁਬਈ ਗਏ ਹੋ, ਸੈਪਟੈਂਬਰ ਵਿੱਚ ਗਏ, 23 ਅਕਤੂਬਰ ਨੂੰ ਮੁੜੇ ਹੋ, ਉਹਨਾਂ ਦੌਰਾਨ, ਉਸ ਸਮੇਂ ਦੇ ਦੌਰਾਨ ਕਿੱਥੇ ਕਿੱਥੇ ਜਾ ਕੇ ਲੱਭਿਆ ਗਗਨ ਨੂੰ, ਜਾਂ ਕਿਹਨੂੰ ਜਾ ਕੇ ਮਿਲੇ ਹੋ? ਜਿਹੜੇ ਦੋਸਤਾਂ 'ਤੇ ਤੁਹਾਨੂੰ ਸ਼ੱਕ ਹੈ ਉਹਨਾਂ ਨੂੰ ਜਾ ਕੇ ਮਿਲੇ ਸੀ? ਮੈਮ ਦੋਸਤਾਂ ਨੂੰ ਮਿਲਣ ਦਾ ਟਾਈਮ ਹੀ ਨਹੀਂ ਹੁੰਦਾ, ਉਹ ਕੰਮ 'ਤੇ ਗਏ ਹੁੰਦੇ ਸੀਗੇ। ਮੈਂ ਪਹਿਲਾਂ ਗਿਆ ਇੱਥੋਂ ਸ਼ਾਰਜਾ ਏਅਰਪੋਰਟ ਉਤਰਿਆ ਸੀ। ਸ਼ਾਰਜਾ ਤੋਂ ਆਪਣੀ ਸਿਸਟਰ ਕੋਲ ਗਿਆ ਸੀਗਾ ਪਹਿਲਾਂ ਜਾਂਦਾ ਹੀ। ਉਹਨੇ ਮੈਨੂੰ ਪਹਿਲਾਂ ਉੱਥੇ ਰੈਸਟੋਰੈਂਟ ਵਿੱਚ ਰੱਖਿਆ ਸੀਗਾ, ਉੱਥੇ ਆਪਣੇ ਕੋਲ ਹੀ। ਯਾਨੀ ਕਿ ਉਹਨਾਂ ਦੇ ਕੋਲ ਤਾਂ ਨਹੀਂ ਰਹਿ ਸਕਦਾ, ਮੁੰਡਿਆਂ ਦੇ ਕੋਲ ਰਹਿਣਾ ਜਿੱਥੇ ਦੀਦੀ ਕੰਮ ਕਰਦੇ ਸੀਗੇ। ਉੱਥੇ ਮੈਂ ਹਫ਼ਤਾ ਇੱਕ ਰਿਹਾ। ਫਿਰ ਮੈਂ ਆਪਣੀ ਸਿਸਟਰ ਨੂੰ ਕਹਿ ਦਿੱਤਾ, ਮੈਂ ਕਿਹਾ ਸਿਸਟਰ ਇੱਥੇ ਮੈਂ ਰਹਿਣਾ ਦਿਲ ਨਹੀਂ ਲੱਗਦਾ ਹੈਗਾ। ਮੇਰਾ ਫਰੈਂਡ ਸੀਗਾ ਸਕੂਲ ਦਾ। ਹਾਂਜੀ। ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਮੈਂ ਤੇਰੇ ਕੋਲ ਆਉਣਾ। ਕਹਿੰਦਾ ਕੋਈ ਨਹੀਂ, ਆ ਜਾ। ਉਹ ਕਹਿੰਦਾ ਮੇਰੇ ਕੋਲ ਬਾਹਲਾ ਟਾਈਮ ਨਹੀਂ ਤੂੰ ਰੁਕ ਸਕਦਾ, ਵੀ ਤੂੰ ਥੋੜ੍ਹਾ ਟਾਈਮ ਰੁਕ ਸਕਦਾ ਆ। ਫਿਰ ਉਹਦੇ ਕੋਲ ਇੱਕ ਹਫ਼ਤਾ ਉਹਦੇ ਕੋਲ ਰੁਕਿਆ ਸੀਗਾ ਮੈਂ। ਫਿਰ ਮੇਰਾ ਦਿਲ ਨਹੀਂ ਕਰਦਾ ਸੀਗਾ। ਫਿਰ ਮੇਰਾ ਫਰੈਂਡ ਸੀਗੇ ਅਤੇ ਉਹ ਕਰਦੇ ਹੀ ਹੋਰ ਕੰਮ ਕਰਦੇ ਸੀ। ਮੈਂ ਉਹਨਾਂ ਨਾਲ ਗੱਲ ਕੀਤੀ, ਮੇਰੇ ਮਾਮੇ ਦੇ ਮੁੰਡੇ ਨੇ ਮੈਨੂੰ ਉਹਦੇ ਕੋਲ ਭੇਜ ਦਿੱਤਾ ਸੀਗਾ। ਉਹ ਜਿੱਥੇ ਦਾਦਾ ਜੀ ਕਹਿੰਦਾ ਮੈਂ ਉੱਥੇ ਚੱਲਾਂ, ਮੈਂ ਉੱਧਰ ਦੇਖ ਆਉਂਦਾ। ਉਹ ਆਬੂ ਧਾਬੀ ਤੋਂ 5 ਘੰਟੇ ਲੱਗਦੇ ਰਵੇਜ਼ ਸਾਈਡ। ਉਹ ਹੈਗਾ ਆਪਣੇ ਸਾਊਦੀ ਅਰਬ ਦੇ ਬਾਰਡਰ ਲਾਗੇ। ਉੱਧਰ ਕਹਿੰਦਾ ਸੀ ਮੈਂ ਚੱਲ ਜਾਣਾ। ਮੈਂ ਉੱਧਰ ਵੀ ਬਹੁਤ ਲੱਭਿਆ, ਪਰ ਮੈਂ ਰਾਤ ਹੀ ਰਿਹਾ ਉੱਧਰ। ਉਸ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ। ਫਿਰ ਮੈਂ ਆਪਣੇ ਦੋਸਤ ਸੀਗੇ ਮੇਰੇ, ਉਹ ਟਰੱਕ ਡਰਾਈਵਰ ਆ ਉੱਥੇ। ਫਿਰ ਉਹਨਾਂ ਕੋਲ ਮੈਂ ਰਿਹਾ ਜਿੰਨਾ ਟਾਈਮ ਵੀ ਰਿਹਾ। ਫਿਰ ਮੈਂ ਉਹਨਾਂ ਨਾਲ ਜਾਂਦਾ ਰਹਿੰਦਾ ਸੀ, ਕਦੀ ਕਿਤੇ ਲੱਭਣ, ਪਰ ਕਿਤੇ ਨਹੀਂ ਮਿਲਿਆ। ਜਿੱਥੇ ਗਗਨ ਰਹਿੰਦਾ ਸੀਗਾ ਉਸ ਕਮਰੇ ਦੇ ਵਿੱਚ ਜਾਂ ਜਿਨ੍ਹਾਂ ਦੇ ਨਾਲ ਰਹਿੰਦਾ ਸੀ, ਕਿਸੇ ਨਾਲ ਮੁਲਾਕਾਤ ਨਹੀਂ ਹੋਈ? ਕਮਰੇ ਵਿੱਚ ਮੈਂ ਗਿਆ ਨਹੀਂ, ਕਿਉਂਕਿ ਉੱਥੇ ਅਲਾਉਡ ਨਹੀਂ ਇੱਦਾਂ ਕੰਪਨੀ ਵਿੱਚ ਜਾਣਾ, ਕੈਂਪਸ ਵਿੱਚ ਜਾਣਾ। ਗਗਨ ਦੀ ਡੈਡ ਬੋਡੀ ਮਿਲੀ ਕਿੱਥੇ? ਰੰਬਲ ਹੁੰਦੀ ਆ, ਜਿੱਦਾਂ ਰੇਗਿਸਤਾਨ ਹੁੰਦਾ ਉਹ ਹੁੰਦੀ ਸਾਈਡ। ਉੱਥੇ ਕੁਛ ਨਹੀਂ ਹੁੰਦਾ, ਨਾ ਘਰ ਕੋਈ ਹੁੰਦਾ, ਨਾ ਵਾਸਤਾ, ਕੁਛ ਨਹੀਂ ਹੁੰਦਾ। ਪਰਿਵਾਰ ਨੇ ਜਿਸ ਤਰ੍ਹਾਂ ਕਿਹਾ ਕਿ ਬੱਚੇ ਦੀ ਡੈਡ ਬੋਡੀ ਇੱਥੇ ਆਉਣੀ ਚਾਹੀਦੀ ਹੈ ਤਾਂ ਕਿ ਅਸੀਂ ਅੰਤਿਮ ਸੰਸਕਾਰ ਕਰ ਸਕੀਏ, ਤਾਂ ਡੈਡ ਬੋਡੀ ਆ ਰਹੀ ਹੈ? ਹਾਂਜੀ, ਆ ਰਹੀ ਆ। ਕਦੋਂ ਆ ਰਹੀ ਹੈ? ਕੱਲ੍ਹ ਆਊਂਗੀ 4:30 ਵਜੇ ਅੰਮ੍ਰਿਤਸਰ। ਪਵਨ, ਜਿਸ ਤਰ੍ਹਾਂ ਪਰਿਵਾਰ ਦੇ ਲਈ ਇਹ ਪਾਣਾ ਮੰਨਣਾ ਬਹੁਤ ਔਖਾ ਹੈ। ਪਰਿਵਾਰ ਇਹ ਚੀਜ਼ ਐਕਸੈਪਟ ਕਰ ਲੇ ਕਿ ਬੱਚਾ ਸਹੀ ਸਲਾਮਤ ਘਰੋਂ ਗਿਆ, ਪਰ ਵਾਪਸ ਜਿਹੜੀ ਬੱਚੇ ਦੀ ਡੈਡ ਬੋਡੀ ਆ ਰਹੀ ਹੈ। ਪਰਿਵਾਰ ਦਾ ਇਸ ਵੇਲੇ ਕੀ ਹਾਲ ਹੈ? ਮਾਂ ਬਾਪ ਤੱਕ ਕਿਸ ਤਰ੍ਹਾਂ ਜਦੋਂ ਗੱਲ ਪਹੁੰਚੀ, ਕਿਸ ਤਰ੍ਹਾਂ ਸੰਭਾਲਿਆ ਉਹਨਾਂ ਨੂੰ? ਬਹੁਤ ਔਖਾ ਸੰਭਾਲਿਆ, ਯਕੀਨ ਹੀ ਨਹੀਂ ਹੁੰਦਾ ਹਾਲੇ ਤੱਕ ਵੀ ਕਿਸੇ ਨੂੰ ਵੀ। ਮੰਮੀ ਤਾਂ ਉੱਦਣ ਦੇ ਰੋਈ ਜਾਂਦੇ ਆ, ਚੁੱਪ ਹੀ ਨਹੀਂ ਕਰਦੇ, ਨਾ ਸੌਂਦੇ ਆ। ਗਗਨ ਦੇ ਬਾਹਰ ਜਾਣ ਦਾ ਮਕਸਦ ਕੀ ਸੀ? ਉਹ ਪਰਿਵਾਰ ਦੀ ਗਰੀਬੀ ਦੂਰ ਕਰਨਾ ਸੀ ਜਾਂ ਕੋਈ ਹੋਰ ਮਕਸਦ ਸੀ? ਹਾਂਜੀ, ਗਰੀਬੀ ਦੂਰ ਕਰਨਾ ਸੀਗਾ। ਫਿਰ ਅਸੀਂ ਸੋਚਿਆ ਚੱਲ ਇਹਨੂੰ ਬਾਹਰ ਭੇਜਦੇ। ਅਸੀਂ ਇਹਨੂੰ ਪੁੱਛਿਆ ਕਿ ਤੂੰ ਬਾਹਰ ਜਾਣਾ? ਕਹਿੰਦਾ ਹਾਂਜੀ। ਅਸੀਂ ਕਿਹਾ ਕੰਮ ਕਰ ਲੂੰਗਾ? ਕਹਿੰਦਾ ਹਾਂ ਕਰ ਲੂੰਗਾ। ਫਿਰ ਉਹਨੂੰ ਬਾਹਰ ਭੇਜ ਦਿੱਤਾ ਸੀਗਾ।
ਡੇਲੀ ਕਾਲ ਕਰਦਾ ਸੀਗਾ, ਮੈਸੇਜ 'ਤੇ ਗੱਲ ਕਰਦਾ ਹੁੰਦਾ ਸੀਗਾ। ਕੁਝ ਨਹੀਂ, ਖੁਸ਼ ਸੀਗਾ, ਜਿੱਦਣ ਵੀ ਉੱਦਣ ਵੀ ਖੁਸ਼ ਸੀਗਾ। ਕਹਿੰਦਾ ਨਹੀਂ ਮੰਮੀ ਮੈਂ ਠੀਕ ਹੈ, ਮੈਂ ਕੋਈ ਨਹੀਂ, ਮੈਂ ਪੈਸੇ ਪਾਇਆ ਕਰੂੰਗਾ। ਪਹਿਲਾਂ ਮੈਨੂੰ ਪੈਸੇ ਨਹੀਂ ਮਿਲਦੇ ਸੀਗੇ ਅਤੇ ਹੁਣ ਮੈਂ ਪੈਸੇ ਪਾ ਦਿਆ ਕਰੂੰਗਾ। ਉੱਦਣ ਵੀ ਬਹੁਤ ਖੁਸ਼ ਸੀਗਾ, ਪਰ ਪਤਾ ਨਹੀਂ ਕੀ ਦੇਣਾ ਸੀਗਾ ਉਹਨੇ ਕਿਸੇ ਦਾ, ਕਿ ਉਹਨੂੰ ਮਾਰ ਦਿੱਤਾ। ਕੱਲ੍ਹ ਉਹਦੀ ਲਾਸ਼ ਜਿਹੜੀ ਹੈ ਘਰ ਆ ਰਹੀ ਹੈ ਕੱਲ੍ਹ ਸ਼ਾਮ ਨੂੰ। ਹਾਂਜੀ, ਕੱਲ੍ਹ ਸ਼ਾਮ ਨੂੰ ਆ ਰਹੀ ਹੈ। ਕਦੋਂ ਗੱਲ ਹੋਈ ਸੀ ਪਰਿਵਾਰ ਨਾਲ ਆਖਰੀ ਵਾਰ? ਆਖਰੀ ਵਾਰ ਅਗਸਤ ਮਹੀਨੇ 17 ਜਾਂ 18 ਤਰੀਕ ਨੂੰ ਹੋਈ ਸੀ। ਉਹਨਾਂ ਦੀ ਮੰਮੀ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੀ ਲਾਸਟ। ਉਦੋਂ ਬਾਅਦ ਕੋਈ ਗੱਲ ਨਹੀਂ ਹੋਈ ਉਹਨਾਂ ਦੀ। ਕਿਸੇ ਤੇ ਸ਼ੱਕ ਹੈ ਕਿ ਕਿਸੇ ਨਾਲ ਲੜਾਈ ਹੋਈ ਹੋਣੀ ਹੈ, ਕੋਈ ਲਾਗ ਡਾਟ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਲਾਗ ਡਾਟ ਕਿਸੇ ਨਾਲ ਨਹੀਂ ਸੀ ਕੋਈ ਵੀ ਸੀ। ਅਸੀਂ ਤਾਂ ਬੱਚਾ ਭੇਜਿਆ ਸੀ ਇੱਥੋਂ ਵੀ ਪੇਰੈਂਟਸ ਦੀ ਮਦਦ ਵਾਸਤੇ, ਵੀ ਚਲੋ ਮਾੜੀ ਮੋਟੀ ਹੈਲਪ ਮਿਲੇਗੀ। ਕੋਈ ਲਾਗ ਡਾਟ ਨਹੀਂ, ਕੁਛ ਨਹੀਂ ਸੀ। ਇੱਥੋਂ ਬੜੇ ਚਾਵਾਂ ਨਾਲ ਭੇਜਿਆ ਸੀ। ਕੋਈ ਕਿਸੇ ਕੰਮ ਦੀ ਲਾਗ ਡਾਟ ਕਿਸੇ ਨਾਲ ਨਹੀਂ ਕੋਈ ਵੀ ਸੀਗੀ। ਪਰ 4 ਮਹੀਨੇ ਪਤਾ ਹੀ ਨਹੀਂ ਲੱਗਿਆ ਪਰਿਵਾਰ ਨੂੰ ਕਿ ਉਹ ਜ਼ਿੰਦਾ ਨਹੀਂ ਹੈ। 4 ਮਹੀਨੇ ਉਹ ਕੰਪਨੀ ਵਿੱਚ ਰਿਹਾ। ਕੰਪਨੀ ਦੇ ਵਿੱਚ ਕੰਮ ਕਰਦਾ ਕਰਦਾ ਉਹਨੂੰ 3 ਮਹੀਨੇ ਦੀ ਜਿਹੜੀ ਤਨਖਾਹ ਸੀ ਨਹੀਂ ਸੀ ਮਿਲੀ। ਤਨਖਾਹ ਨਹੀਂ ਮਿਲੀ ਕਰਕੇ ਉਹ ਬੜਾ ਕ੍ਰਾਈਸਿਸ ਵਿੱਚ ਸੀਗਾ। ਅਤੇ ਉਦੋਂ ਬਾਅਦ ਉਹ ਰੱਖੜੀਆਂ ਦਾ ਕੋਈ ਤਿਉਹਾਰ ਸੀਗਾ ਆਪਣਾ, ਅਤੇ ਉਹਨੇ ਆਪਣਾ ਇੱਕ ਕੜਾ ਬਣਾਇਆ ਸੀ ਆਪਣੀ ਭੈਣ ਵਾਸਤੇ, ਅਤੇ ਉਹਨਾਂ ਦੇ ਦੇਣ ਜਾ ਰਿਹਾ ਸੀ। ਅਤੇ ਪੈਸੇ ਸੀ 4 ਕੋਲ, ਬਸ ਉਦੋਂ ਬਾਅਦ ਨਹੀਂ ਮੁੜਿਆ ਉਹ। ਭੈਣ ਨੂੰ ਮਿਲਿਆ ਸੀ ਰੱਖੜੀ ਤੇ? ਨਹੀਂ ਮਿਲਿਆ ਹੀ ਨਹੀਂ। ਮਤਲਬ ਰਸਤੇ 'ਚੋਂ ਹੀ? ਹਾਂਜੀ, ਰਸਤੇ ਵਿੱਚੋਂ ਕਿਤੇ ਇੱਧਰ ਉੱਧਰ ਹੋ ਗਿਆ ਉਹ। ਅਤੇ ਪੁਲਿਸ ਦੇ ਵਿੱਚ ਉੱਥੇ ਰਿਪੋਰਟ ਲਿਖਾਈ ਸੀ, ਅਤੇ ਪੁਲਿਸ ਨੇ ਹੁਣ ਸਾਨੂੰ 1.5-2 ਮਹੀਨੇ ਤੋਂ ਮਤਲਬ ਉੱਥੇ ਬੋਡੀ ਪਈ ਸੀ ਕੋਈ, ਅਤੇ ਉਦੋਂ ਫੋਨ ਕਰਕੇ ਦੱਸਿਆ ਉਹਨੇ ਬਈ ਉਦੋਂ ਬਟੂਆ ਵਗੈਰਾ ਮਿਲਿਆ, ਮੋਬਾਈਲ ਮਿਲਿਆ। ਉਹ ਮੋਬਾਈਲ ਦੇ ਵਿੱਚ ਨੰਬਰ ਸੀ ਗੁੱਡੀ ਦਾ, ਅਤੇ ਉਦੋਂ ਬਾਅਦ ਨੰਬਰ ਕੱਢ ਕੇ ਉਹਨੇ ਕੰਟੈਕਟ ਕੀਤਾ। ਕੰਟੈਕਟ ਕਰਨ ਤੋਂ ਬਾਅਦ ਫਿਰ ਦੇਖਿਆ ਵੀ ਇੱਕ ਬੋਡੀ ਪਈ ਆ, ਦੇਖੋ ਆਣ ਕੇ ਇਹਨੂੰ। ਅਤੇ ਬੋਡੀ ਵਿੱਚ ਤਾਂ ਕੁਝ ਹੈ ਨਹੀਂ ਸੀ ਕੁਛ ਵੀ। ਉਹ ਕਹਿੰਦੇ 1.5-2 ਮਹੀਨੇ ਦੀ ਬੋਡੀ ਪਈ ਸੀ, ਖਰਾਬ ਹੋਈ ਸੀ ਬੋਡੀ। ਅਤੇ ਉਦੋਂ ਬਾਅਦ ਉਹਦਾ DNA ਟੈਸਟ ਹੋਇਆ ਉਹ ਬੋਡੀ ਦੇ ਨਾਲ, ਉਦੋਂ ਬਾਅਦ ਪਤਾ ਚੱਲਿਆ ਸਾਨੂੰ। ਹੋਰ ਕੋਈ ਸਾਨੂੰ ਕੋਈ ਇਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ। ਜਿਹੜੇ ਟਰੈਵਲ ਏਜੰਟ ਦੇ ਥਰੂ ਭੇਜਿਆ ਸੀ ਉਹ ਜਾਣਦਾ ਇਸ ਬਾਰੇ ਕਿ ਉੱਥੇ ਕੀ ਹੋਇਆ? ਸ਼ਾਇਦ ਨਹੀਂ ਜਾਣਦਾ, ਨਹੀਂ ਜਾਣਦੇ। ਉਹਨਾਂ ਦੇ ਕੋਲ ਇਨਫੋਰਮੇਸ਼ਨ ਸਾਨੂੰ ਨਹੀਂ ਪਤਾ ਵੀ ਹੈ ਕਿ ਨਹੀਂ ਹੈ। ਕੀ ਸੋਚ ਕੇ ਇੱਥੋਂ ਦੁਬਈ ਭੇਜਿਆ ਸੀ? ਬੱਚਾ ਪੈਸੇ ਕਮਾਏਗਾ, ਪਰਿਵਾਰ ਦੀ ਗਰੀਬੀ ਦੂਰ ਕਰੇਗਾ? ਹਾਂਜੀ ਹਾਂਜੀ, ਇੱਦਾਂ ਹੀ ਹੁੰਦਾ ਆ। ਅਸੀਂ ਲੇਬਰ ਸਭ ਕੁਝ ਕਰਦੇ ਹੈਗੇ ਇੱਥੇ, ਅਤੇ ਬੱਚੇ ਨੂੰ ਪਲੰਬਰ ਦਾ ਕੋਰਸ ਵੀ ਕਰਾਇਆ ਸੀ, ਪਲੰਬਰ ਦੇ ਵਿੱਚ ਗਿਆ ਸੀ ਉਹ। ਅਤੇ ਅਸੀਂ ਤਾਂ ਇਹ ਸੋਚ ਕੇ ਭੇਜਿਆ ਵੀ ਬੱਚਾ ਆਪਣੇ ਪੇਰੈਂਟਸ ਦੀ ਮਦਦ ਕਰੇਗਾ ਥੋੜ੍ਹੀ ਬਹੁਤੀ ਜੋ ਵੀ ਬਣਦੀ ਆ। ਅਤੇ ਬਸ ਸਾਡੀਆਂ ਸਭ ਕੁਝ ਵਿੱਚ ਹੀ ਰਹਿ ਗਿਆ ਜੋ ਵੀ ਗੱਲਬਾਤ ਸੀ। ਤੇ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਅਗਸਤ 15 ਨੂੰ ਯਾਨੀ ਕਿ ਰੱਖੜੀ ਵਾਲੇ ਦਿਨ ਗਗਨਦੀਪ ਦੇ ਨਾਲ ਆਖਰੀ ਵਾਰ ਗੱਲ ਹੁੰਦੀ ਹੈ, ਜਿੱਥੇ ਗਗਨਦੀਪ ਕਹਿੰਦਾ ਹੈ ਕਿ ਉਹ ਆਪਣੀ ਭੈਣ ਦੇ ਘਰ ਜਾ ਰਿਹਾ ਰੱਖੜੀ ਬਣਵਾਉਣ ਦੇ ਲਈ। ਉਹਦੇ ਲਈ ਸਾਮਾਨ ਖਰੀਦਿਆ ਹੁੰਦਾ ਹੈ ਤਾਂ ਕਿ ਆਪਣੀ ਭੈਣ ਨੂੰ ਰੱਖੜੀ ਬਣਵਾਉਣ ਤੋਂ ਬਾਅਦ ਉਹ ਜਿਹੜਾ ਉਸਨੂੰ ਤੋਹਫੇ ਦੇ ਸਕੇ। ਪਰ ਗਗਨਦੀਪ ਆਪਣੀ ਭੈਣ ਤੱਕ ਵੀ ਨਹੀਂ ਪਹੁੰਚਦਾ। ਲਗਾਤਾਰ ਭਾਲ ਕਰਨ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈ, ਜੋ ਉਸਨੂੰ ਉਸਦਾ ਭਰਾ ਦੁਬਈ ਲੱਭਣ ਵੀ ਜਾਂਦਾ, ਉਹ ਖਾਲੀ ਹੱਥ ਵਾਪਸ ਪਰਤਦਾ। ਅਤੇ ਕੁਝ ਸਮਾਂ ਪਹਿਲਾਂ ਗਗਨਦੀਪ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ, ਜਿਸ ਨੂੰ ਸੁਣ ਕੇ ਪਰਿਵਾਰ ਦਾ ਹਾਲ ਤੁਸੀਂ ਦੇਖਿਆ। ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਭੇਤ ਭਰੇ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਹੋਈ ਹੈ, ਜਿਹੜੀ ਗੁੱਥੀ ਆ, ਜਲਦ ਤੋਂ ਜਲਦ ਸੁਲਝਾਈ ਜਾਵੇ। ਅਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੱਲ੍ਹ ਸ਼ਾਮ ਨੂੰ ਜਿਹੜੀ ਹੈ ਗਗਨਦੀਪ ਦੀ ਡੈੱਡ ਬੋਡੀ ਉਸਦੇ ਪਿੰਡ ਉਸਦੇ ਘਰ ਲਿਆਂਦੀ ਜਾਵੇਗੀ ਤਾਂ ਕਿ ਪੂਰੇ ਰਿਵਾਜ਼ਾਂ ਦੇ ਨਾਲ, ਪੂਰੀ ਰੀਤੀਆਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਕੈਮਰਾਮੈਨ ਗਗਨ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਸਰਗੁੰਦੀ, ਗੁਰਾਇਆ।